ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਗਲਿਆ ਗਿਆ। ਭਾਗ 14ਵਾਂ। ਖਾੜਕੂ ਸਿੰਘਾਂ ਨੇ ਘਰ ਵਾਲਿਆਂ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਧਿਆਨ ਸਿੰਘ ਅੰਦਰ ਹੀ ਹੈ ਕਿ ਨਹੀਂ। ਘਰ ਵਿੱਚ ਚਰਖਾ ਕੱਤ ਦੀ ਬੁੱਢੀ ਨੇ ਕਿਹਾ ਅੰਦਰ ਹੀ ਹੈ, ਪਰ ਨਾਲ ਹੀ ਉਸ ਬੁੱਢੀ ਨੂੰ ਸ਼ੱਕ ਪਿਆ ਤੇ ਉਹਨਾਂ ਮੁੰਡਿਆਂ ਦੇ ਜਾਣ ਤੋਂ ਬਾਅਦ ਉਹ ਬਾਹਰ ਸੜਕ ਤੇ ਆ ਕੇ ਹਲਵਾਈ ਦੀ ਦੁਕਾਨ ਤੇ ਦੁੱਧ ਪਾਉਣ ਗਏ। ਆਪਣੇ ਮੁੰਡੇ ਨੂੰ ਉਡੀਕਣ ਲੱਗ ਪਈ। ਉਹ ਸਕੂਟਰ ਤੇ ਆਇਆ ਤਾਂ ਉਹਨੇ ਉਸ ਨੂੰ ਪੁਲਿਸ ਨੂੰ ਇਤਲਾਹ ਕਰਨ ਭੇਜ ਦਿੱਤਾ। ਇਸ ਗੱਲ ਦਾ ਖਾੜਕੂਆਂ ਨੂੰ ਚੇਤਾ ਵੀ ਨਹੀਂ ਸੀ। ਉਹ ਤਾਂ ਸਗੋਂ ਉਸ ਘਰ ਦਾ ਭਲਾ ਕਰਦੇ ਕਰਦੇ ਹੀ ਆਪ ਉਹਨਾਂ ਹੱਥੋਂ ਫਸ ਚੱਲੇ ਸਨ। ਥੋੜੇ ਚਿਰ ਬਾਅਦ ਹੀ ਉਹਨਾਂ ਖਾੜਕੂਆਂ ਨੇ ਡੇਰੇ ਦਾ ਦਰਵਾਜ਼ਾ ਖੁਲਵਾ ਕੇ ਧਿਆਨ ਸਿੰਘ ਨੂੰ ਬੁਰੀ ਵੌਂਤੇ ਮਾਰਿਆ। ਹੱਥ ਜੋੜਦਾ, ਤਰਲੇ ਕਰਦਾ, ਆਪਣੇ ਸਾਰੇ ਗੁਨਾਹ ਮੰਨਦਾ ਉਹ ਜੀਭ ਦੇ ਦੁਆਲੇ ਦੁਆਲੇ ਨੱਠਾ ਫਿਰਦਾ ਰਿਹਾ ਤੇ ਅਖੀਰ ਇੱਕ ਹੀ AK-47 ਦੇ ਬਰਸਟ ਨਾਲ ਠੰਡਾ ਹੋ ਗਿਆ। ਨੌਜਵਾਨ ਧਿਆਨੇ ਨੂੰ ਮਾਰ ਕੇ ਪੈਦਲ ਹੀ ਖੇਤਾਂ ਵਿੱਚ ਹੋ ਗਏ। ਓਨੇ ਚਿਰ ਤੱਕ ਉਸ ਚਵਲ ਬੁੱਢੀ ਦੀ ਬੁਲਾਈ ਹੋਈ ਪੁਲਿਸ ਵੀ ਆ ਚੁੱਕੀ ਸੀ ਤੇ ਉਹਨਾਂ ਦੇ ਮਗਰ ਲੱਗ ਚੁੱਕੀ ਸੀ। ਥੋੜਾ ਅੱਗੇ ਜਾ ਕੇ ਨੌਜਵਾਨਾਂ ਨੇ ਖੇਤ ਵਿੱਚ ਵਗਦਾ ਇੱਕ ਟਰੈਕਟਰ ਖੋਇਆ ਤੇ ਟਰੈਕਟਰ ਵਾਲੇ ਨੂੰ ਦੱਸ ਦਿੱਤਾ ਕਿ 2 ਮੀਲ ਤੇ ਫਲਾਣੇ ਥਾਂ ਦੇ ਟਰੈਕਟਰ ਤੇਰਾ ਖੜਾ ਹੋਵੇਗਾ, ਫਿਕਰ ਨਾ ਕਰੀ ਤੇ ਉਥੋਂ ਲੈ ਆਵੀਂ, ਤੇਰੀ ਮਿਹਰਬਾਨੀ। ਇਹ ਚੀਮੇ ਪਿੰਡ ਵਾਲਿਆਂ ਦਾ ਟਰੈਕਟਰ ਸੀ। ਨੌਜਵਾਨ ਹੁਣ ਪੁਲਿਸ ਤੋਂ ਕਾਫੀ ਅਗਾਂਹ ਨਿਕਲ ਚੁੱਕੇ ਸਨ। ਜਦੋਂ ਮਗਰ ਲੱਗੀ ਪੁਲਿਸ ਉਸ ਥਾਂ ਦੇ ਨੇੜੇ ਆਈ ਜਿੱਥੋਂ ਉਹਨਾਂ ਖਾੜਕੂਆਂ ਨੇ ਟਰੈਕਟਰ ਖੋਇਆ ਸੀ ਤਾਂ ਉਸ ਟਰੈਕਟਰ ਵਾਲੇ ਨੇ ਬਾਹਾਂ ਮਾਰ ਕੇ ਰੋ ਕੇ ਪੁਲਿਸ ਨੂੰ ਦੱਸਿਆ ਕਿ ਖਾੜਕੂ ਆਉ ਜਾਂਦੇ ਹਨ ਤੇ ਮੇਰਾ ਟਰੈਕਟਰ ਉਹਨਾਂ ਦੇ ਥੱਲੇ ਹੈ। ਜੇ ਉਹ ਨਾ ਦੱਸਦਾ ਤਾਂ ਪੁਲਿਸ ਨੂੰ ਕੋਈ ਪਤਾ ਨਹੀਂ ਸੀ ਕਿ ਟਰੈਕਟਰ ਤੇ ਕੌਣ ਜਾ ਰਿਹਾ ਹੈ ਤੇ ਹਾਦਸੇ ਨਾਲ ਸੰਬੰਧਿਤ ਖਾੜਕੂ ਕਿੱਥੇ ਚਲੇ ਗਏ ਹਨ। ਮੁਕਾਬਲਾ ਹੋ ਗਿਆ। ਪੁਲਿਸ ਦੇ ਕਟਕ ਚੜੇ ਪਏ ਸਨ ਤੇ ਉਹ ਵਿਚਾਰੇ 2 ਨਾਲੇ ਬਹੁਤ ਘੱਟ ਅਸਲੇ ਨਾਲ ਕਿੰਨਾ ਕੁ ਚਿਰ ਲੜ ਸਕਦੇ ਸਨ। ਦੋਵੇਂ ਮਾਰੇ ਗਏ, ਪਰ ਬਾਅਦ ਵਿੱਚ ਉਹਨਾਂ ਦੇ ਸਾਥੀ ਖਾੜਕੂਆਂ ਨੇ ਪੁਲਿਸ ਲਿਆਉਣ ਵਾਲੇ ਮੁੰਡੇ ਤੇ ਚੀਮਿਆਂ ਦਾ ਸਾਰਾ ਪਰਿਵਾਰ ਵੀ ਉਸੇ ਰਾਹ ਹੀ ਤੋਰ ਦਿੱਤਾ ਜਿੱਧਰ ਉਹਨਾਂ ਦੇ ਸਾਥੀ ਗਏ ਸਨ। ਕਈ ਭੋਲੂ ਸਿੱਖ ਬਿਨਾਂ ਸੋਚੇ ਸਮਝੇ ਕਹਿ ਦਿੰਦੇ ਹਨ ਖਾੜਕੂ ਐਵੇਂ ਭੋਲੇ ਭਾਲੇ ਲੋਕਾਂ ਨੂੰ ਮਾਰ ਦਿੰਦੇ ਸਨ। ਉਹ ਅੰਦਾਜ਼ਾ ਲਾਓ ਕਿ ਜਿਨ੍ਹਾਂ ਨੂੰ ਖਾੜਕੂਆਂ ਨੇ ਮਾਰਿਆ ਉਹ ਕਿੰਨੇ ਕੁ ਭੋਲੇ ਸਨ। ਸਾਧ ਧਿਆਨ ਸਿੰਘ ਤੇ ਦੋਹਾਂ ਮੁੰਡਿਆਂ ਗੁਰਮੇਜ ਸਿੰਘ ਗੇਜਾ ਤੇ ਦਰਸ਼ਨ ਸਿੰਘ ਦੀਆਂ ਲਾਸ਼ਾਂ ਨੂੰ ਇਕੱਠਿਆਂ ਹੀ ਜਲੰਧਰ ਸਿਵਲ ਹਸਪਤਾਲ ਤੇ ਪੋਸਟਮਾਰਟਮ ਕਰਵਾਇਆ ਗਿਆ। ਮੇਰੇ ਕੋਲ ਸਰਦਾਰ ਸਰੂਪ ਸਿੰਘ ਜੋ ਉਦੋਂ ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਦੇ ਸਰਕਲ ਜਥੇਦਾਰ ਸਨ ਤੇ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗੀਰ ਸਿੰਘ ਵਡਾਲਾ ਆਏ ਤੇ ਸਾਰੀ ਗੱਲ ਦੱਸੀ। ਉਸੇ ਵੇਲੇ ਅਸੀਂ ਜਲੰਧਰ ਸਿਵਲ ਹਸਪਤਾਲ ਗਏ। ਸਾਡੇ ਜਾਂਦਿਆਂ ਨੂੰ ਪੋਸਟਮਾਰਟਮ ਹੋ ਚੁੱਕੇ ਸਨ ਅਤੇ ਇੱਕ ਸਵਰਾਜ ਮਾਝਦਾ ਤੇ ਧਿਆਨ ਸਿੰਘ ਦੀ ਲਾਸ਼ ਤੇ ਦੂਸਰੀ ਸਵਰਾਜ ਮਾਝਦਾ ਜੋ ਪੁਲਿਸ ਦੀ ਸੀ ਵਿੱਚ ਦੋਹਾਂ ਨੌਜਵਾਨ ਖਾੜਕੂਆਂ ਦੀਆਂ ਲਾਸ਼ਾਂ ਰੱਖੀਆਂ ਹੋਈਆਂ ਸਨ। ਸਿਵਲ ਹਸਪਤਾਲ ਵਿੱਚ ਪੁਲਿਸ ਸੀ ਤੇ ਬੇਬਹਾ ਪੁਲਿਸ ਤੇ ਪੁਲਿਸ ਅਫਸਰ ਮੁਰਦਾ ਘਰ ਵਾਲੀ ਗਰਾਊਂਡ ਵਿੱਚ ਖੜੇ ਸਨ। ਮੇਰੀ ਨਜ਼ਰ SPD ਜੋ ਜਲੰਧਰ ਪੁਲਿਸ ਨਾਲ ਸੰਬੰਧਿਤ ਸਨ ਤੇ ਪਈ। ਅਸਲ ਵਿੱਚ ਇਹ ਸਾਰਾ ਕੁਝ ਉਹਨਾਂ ਦੀ ਦੇਖ ਰੇਖ ਹੇਠ ਹੀ ਹੋ ਰਿਹਾ ਸੀ। ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬੇਦੀ ਸਾਹਿਬ ਨੂੰ ਦਿਨ ਵਿੱਚ 1-2 ਵਾਰ ਤਾਂ ਮਿਲਣਾ ਹੀ ਪੈਂਦਾ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਨ ਹੀ ਇੱਕੋ ਇੱਕ ਮਾਨਤਾ ਪ੍ਰਾਪਤ ਅਕਾਲੀ ਦਲ ਸੀ। ਸੁਰਜੀਤ ਸਿੰਘ ਬਰਨਾਲੇ ਤੇ ਪ੍ਰਕਾਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਦੀ ਉਦੋਂ ਕੋਈ ਹੋਂਦ ਨਹੀਂ ਸੀ। ਉਹਨਾਂ ਦਿਨਾਂ ਵਿੱਚ ਹੀ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੈਂ ਨੰਗੇ ਪੈਰੀ ਮਾਨ ਦਲ ਵਿੱਚ ਆਉਣ ਲਈ ਤਿਆਰ ਹਾਂ। ਬਰਨਾਲੇ ਵਾਲੇ ਦਲ ਦੇ ਅਹੁਦੇਦਾਰ ਜਾਂ ਤਾਂ ਸਾਡੇ ਵਾਲੇ ਦਲ ਵਿੱਚ ਰਲ ਚੁੱਕੇ ਸਨ ਤੇ ਉਹਨਾਂ ਵਿੱਚੋਂ ਬਹੁਤੇ ਹੇਠਲੇ ਅਹੁਦਿਆਂ ਤੇ ਕੰਮ ਕਰ ਰਹੇ ਸਨ ਜਿੱਥੇ ਉਹਨਾਂ ਦੀ ਕੋਈ ਖਾਸ ਇੱਜ਼ਤ ਨਹੀਂ ਸੀ ਤੇ ਜਾਂ ਖਾੜਕੂਆਂ ਕੋਲੋਂ ਆਪਣੀ ਜਾਨ ਬਚਾਉਂਦੇ ਫਿਰਦੇ ਸਨ।
इस गल का हिसाब तो इत्थों ही लाया जा सकता है कि सरदार जतिंदर सिंह करीहा जो नवां शहर हल्के तो MLA सन ते सरदार सतनाम सिंह मैंबर श्रोमणी कमेटी मेरे सहायक के तौर पर जिला दे मीत प्रधान सन। हालात उदों ये सन कि पुलिस के जुल्म तो डरते लोग किसी वड्डे तो वड्डा भाना वापर जाण ते भी इकट्ठे नहीं सन हुंदे ते अकाली दल नाल संबंधित पार्टी के बंदियां नूं बुलाउण लई समा बहुत थोड़ा सी। सिर्फ असीं 9 कुछ जाणे ही उत्थे इकट्ठे हो सके। सिविल हस्पताल विच बथेरे सिख तुरे फिरदे सन पर साडे जाण ते ਉਹ भी सगों आसे पासे हो गए। लोग समझते सन कि हुण नीलियां पग्गां वालियां दे आउण ते इत्थे गोली चली कि चली। पुलिस दा डंग उदों बहुत तेज सी ते जे किते इहो जही छोटी मोटी मार लैण तां शेर हो जांदे सन। पर खाड़कूआं तो डरदे मारे ही अकाली दल मान दे आगूआं दा विच कहना भी मन लैंदे सन क्योंकि 1999 ਦੀਆਂ ਚੋਣਾਂ ਵਿੱਚ ਪੰਜਾਬ ਦੇ 13 ਵਿੱਚੋਂ 11 ਮੈਂਬਰ ਪਾਰਲੀਮੈਂਟ ਸਾਡੀ ਪਾਰਟੀ ਨਾਲ ਹੀ ਸੰਬੰਧਿਤ ਸਨ। ਇਹ ਵੱਖਰੀ ਗੱਲ ਹੈ ਕਿ ਉਹ ਰੋਸ ਵਜੋਂ ਪਾਰਲੀਮੈਂਟ ਵਿੱਚ ਨਹੀਂ ਸਨ ਗਏ। ਬਾਦਲ ਅਕਾਲੀ ਦਲ ਤੇ ਬਰਨਾਲਾ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦੀ ਪੰਜਾਬ ਵਿੱਚ ਕਿਤੇ ਵੀ ਜ਼ਮਾਨਤ ਨਹੀਂ ਸੀ ਬਚੀ। ਪੁਲਿਸ ਨੂੰ ਇਹ ਵੀ ਪਤਾ ਸੀ ਕਿ ਜੇ ਪੰਜਾਬ ਅਸੈਂਬਲੀ ਦੀ ਚੋਣ ਹੋਈ ਤਾਂ ਅਕਾਲੀ ਦਲ ਮਾਨ ਹੀ ਜਿੱਤੇਗਾ। इस करके भावें पुलिस खाड़कूआं नूं जां खाड़कूआं नाल डह के लड़ाई लड़ रही सी पर अपने भविख तो साडे वल्लों चिंतित भी सी क्योंकि साडी पार्टी हर तरह नाल खाड़कूआं दी पिठ ते सी ते साडी पार्टी दे खुल्लम जां साडी पार्टी ने खुल्लम खुल्ला ऐलान कीता होया सी कि साडी सरकार आउण ते दोषी पुलिस वालियां नूं बख्शिया नहीं जावेगा जदों कि कानून दे ते कायदे विच रह के पुलिस दी ड्यूटी निभाउण वालियां नूं सरकार सन्मानित करेगी। ਖਾੜਕੂਆਂ ਨੂੰ ਵੀ ਸਾਡੀ ਪਾਰਟੀ ਬਹੁਤ ਝਿੜਕਦੀ ਸੀ ਕਿ ਜੇ ਕਿਸੇ ਨੇ ਕਿਸੇ ਬੇਦੋਸ਼ੀ ਨੂੰ ਨੁਕਸਾਨ ਪਹੁੰਚਾਇਆ ਤਾਂ ਸਾਡੀ ਸਰਕਾਰ ਉਹਨਾਂ ਨੂੰ ਵੀ ਅਦਾਲਤਾਂ ਵਿੱਚੋਂ ਸਜ਼ਾ ਦਿਵਾਏਗੀ। ਪਰ ਸਿੱਧੀ ਲੜਾਈ ਵਿੱਚ ਪੁਲਿਸ ਵਾਲੇ ਖਾੜਕੂਆਂ ਦੇ ਹਮਲਿਆਂ ਤੋਂ ਵੀ ਬੌਂਦਲੇ ਹੋਏ ਸਨ। ਖਾੜਕੂ ਬਿਲਕੁਲ ਪੁਲਿਸ ਨਾਲ ਪੰਗਾ ਲੈ ਕੇ ਰਾਜੀ ਨਹੀਂ ਸਨ ਪਰ ਕਈ ਥਾਵਾਂ ਦੇ ਕਈ ਪੁਲਿਸ ਅਫਸਰ ਸਾਰੇ ਕਾਨੂੰਨ ਛਿੱਕੇ ਟੰਗ ਕੇ ਤੇ ਕੇਂਦਰ ਸਰਕਾਰ ਦੇ ਭੂਏ ਚੜਾਏ ਹੋਏ ਸਿੱਖ ਨੌਜਵਾਨਾਂ ਦੇ ਲਹੂ ਦੇ ਤਿਹਾਏ ਹੋਏ ਪਏ ਸਨ ਤੇ ਘਰੇ ਬੈਠੇ ਬੇਦੋਸ਼ੀਆਂ ਦੇ ਵੀ ਅੰਨਾ ਜ਼ੁਲਮ ਕਰਦੇ ਸਨ। ਇਥੋਂ ਤੱਕ ਕਿ ਥਾਣੇ ਫੜ ਕੇ ਲਿਆਂਦੀਆਂ ਬੇਦੋਸ਼ੀਆਂ ਸਿੱਖ ਬੀਬੀਆਂ ਨਾਲ ਵੀ ਦੁਰਵਿਹਾਰ ਤੇ ਬਲਾਤਕਾਰ ਕਰਦੇ ਸਨ। ਇਸੇ ਲਈ ਹੀ ਇਦਾਂ ਦੇ ਕਈ ਪੁਲਿਸ ਅਫਸਰ ਖਾੜਕੂਆਂ ਹੱਥੋਂ ਮਾਰੇ ਵੀ ਗਏ ਸਨ। SP ਬੇਦੀ ਨੂੰ ਮੈਂ ਕਿਹਾ ਇਹਨਾਂ ਦੋਹਾਂ ਮੁੰਡਿਆਂ ਦੇ ਮਾਤਾ ਪਿਤਾ ਇਹਨਾਂ ਦੇ ਮ੍ਰਿਤਕ ਸ਼ਰੀਰ ਲੈਣ ਆਏ ਹੋਏ ਹਨ। ਜੇ ਪੋਸਟਮਾਰਟਮ ਤੇ ਪੁਲਿਸ ਦੀ ਕਾਰਵਾਈ ਪੂਰੀ ਹੋ ਗਈ ਹੈ ਤਾਂ ਲਾਸ਼ਾਂ ਇਹਨਾਂ ਨੂੰ ਦੇ ਦਿੱਤੀਆਂ ਜਾਣ ਤਾਂ ਕਿ ਇਹ ਹਨੇਰਾ ਹੋਣ ਤੋਂ ਪਹਿਲਾਂ ਅੰਤਮ ਸੰਸਕਾਰ ਕਰ ਲੈਣ। ਉਹ ਕਹਿਣ ਲੱਗੇ ਨਹੀਂ, ਇਹਨਾਂ ਦਾ ਸੰਸਕਾਰ ਸਾਡੀ ਦੇਖ ਰੇਖ ਵਿੱਚ ਜਲੰਧਰ ਮਿਊਨਿਸਪਲ ਕਮੇਟੀ ਵਾਲੇ ਕਰਨਗੇ, ਲਾਸ਼ਾਂ ਅਸਾਂ ਕਿਸੇ ਨੂੰ ਨਹੀਂ ਦੇਣੀਆਂ। ਮੈਂ ਕਿਹਾ ਬੇਦੀ ਸਾਹਿਬ ਜਦੋਂ ਕੋਈ ਮਨੁੱਖ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਉਸਦੇ ਸਾਰੇ ਗਿਲੇ ਸ਼ਿਕਵੇ ਵੀ ਉਹਦੇ ਸਾਹਾਂ ਨਾਲ ਹੀ ਮੁੱਕ ਜਾਂਦੇ ਹਨ। ਹਰ ਕਾਨੂੰਨ ਦੀ ਕਿਤਾਬ ਵੀ ਇਹੋ ਹੀ ਕਹਿੰਦੀ ਹੈ। ਨਾਲੇ ਕਮੇਟੀ ਵਾਲੇ ਦਾ ਸੰਸਕਾਰ ਤਦ ਕਰਨ ਜੇ ਉਹ ਅਣਪਛਾਤੇ ਹੋਣ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਕੋਈ ਲੈਣ ਨਾ ਆਵੇ। ਇੱਥੇ ਤਾਂ ਉਹਨਾਂ ਦੇ ਪਰਿਵਾਰ ਵਾਲੇ ਉਹ ਖੜੇ ਹਨ। ਇੱਕ ਤਾਂ ਭਰਾ ਤੇ ਮਾਂ ਹੀ ਖੜੇ ਸਨ। ਪਿੰਡ ਉਸਮਾਨ ਸ਼ਹੀਦ ਵਾਲਿਆਂ ਨੂੰ ਤਾਂ ਆਪਣੇ ਪੁੱਤ ਦੇ ਮਾਰੇ ਜਾਣ ਦਾ ਵੀ ਪਤਾ ਨਹੀਂ ਸੀ। ਇੰਨੇ ਨੂੰ ਧਿਆਨ ਸਿੰਘ ਦੀ ਲਾਸ਼ ਵਾਲਾ ਟਰੱਕ ਸਟਾਰਟ ਹੋਇਆ ਤੇ 6 ਕੁ ਜਣੇ ਉਸਦੇ ਬੁਰਸ਼ੇ ਜਿਹੇ ਚੇਲੇ ਉਹਨੂੰ ਲੈ ਕੇ ਚਲੇ ਗਏ। SBD ਨੇ ਮੇਰੀ ਗੱਲ ਨੂੰ ਜਾਂ ਤਾਂ ਅਣਗੌਲਿਆਂ ਕਰ ਦਿੱਤਾ ਜਾਂ ਮੇਰੀ ਆਵਾਜ਼ ਟਰੱਕ ਸਟਾਰਟ ਹੋਣ ਦੇ ਰੌਲੇ ਥੱਲੇ ਦੱਬੀ ਗਈ। ਉਸਨੇ ਦੂਸਰੇ ਟਰੱਕ ਦੇ ਪੁਲਿਸੀਏ ਡਰਾਈਵਰ ਨੂੰ ਵੀ ਹੱਥ ਨਾਲ ਚੱਲਣ ਦਾ ਇਸ਼ਾਰਾ ਕੀਤਾ। ਮੈਂ ਕਿਹਾ ਬੇਦੀ ਸਾਹਿਬ ਇਹ ਤੁਸੀਂ ਬੇਵਿਹਾਰੀ ਗੱਲ ਕਰਨ ਲੱਗੇ ਹੋ, ਇਦਾਂ ਅੱਗੇ ਕਦੀ ਹੋਇਆ ਨਹੀਂ। ਤੁਸੀਂ ਨਵੀਂ ਪਿਰਤ ਪਾਉਣ ਲੱਗੇ ਹੋ। ਅੰਗਰੇਜ਼ਾਂ ਨੇ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਲਾਸ਼ਾਂ ਨਹੀਂ ਸੀ ਦਿੱਤੀਆਂ ਤੇ ਆਪਾਂ ਭਾਰਤੀ ਅੱਜ ਤੱਕ ਕੱਟੇ ਵਾਂਗ ਸਟੇਜਾਂ ਤੇ ਡਿੰਗਦੇ ਆਂ। ਬਈ ਉਹਨਾਂ ਜ਼ਬਰਦਸਤੀ ਸੰਸਕਾਰ ਕਰ ਦਿੱਤੇ ਸੀ। ਅੰਗਰੇਜ਼ਾਂ ਵਾਲਾ ਕੰਮ ਹੀ ਅੱਜ ਤੁਸੀਂ ਕਰਨ ਲੱਗੇ ਹੋ। ਮੇਰੀ ਆਵਾਜ਼ ਵਿੱਚ ਗੁੱਸਾ, ਲਾਚਾਰੀ, ਗਿਲਾ, ਕਾਨੂੰਨ ਸਭ ਕੁਝ ਮਿਲਿਆ ਜੁਲਿਆ ਜਿਹਾ ਸੀ। SP ਬੇਦੀ ਕਹਿਣ ਲੱਗਾ
ਉਹ ਤੇ ਚੋਰੀ ਲੈ ਗਏ ਸਨ, ਅਸੀਂ ਤੇ ਸਾਹਮਣੇ ਲੈ ਕੇ ਚੱਲੇ ਆ। ਮੈਂ ਕਿਹਾ ਉਹਨਾਂ ਚੋਰੀ ਕੀਤੀ ਸੀ, ਤੁਸੀਂ ਡਾਕਾ ਮਾਰ ਲੱਗੇ ਹੋ, ਫਰਕ ਤੇ ਕੋਈ ਨਹੀਂ। ਫਿਰ ਮੈਨੂੰ ਪਤਾ ਨਹੀਂ ਕੀ ਸੁਝਾ, ਮੈਂ ਆਪਣੇ ਸਾਥੀਆਂ ਨੂੰ ਕਿਹਾ ਆਓ ਬਈ ਟਰੱਕ ਲੱਗੇ ਲੰਮੇ ਪਈਏ, ਆਪਣੇ ਉੱਤੋਂ ਦੀ ਲੰਘਾ ਕੇ ਲੈ ਜਾਣਗੇ ਤਾਂ ਲੈ ਜਾਣ, ਮੈਂ ਤੇ ਫਿਰ ਨਹੀਂ ਜਾਣ ਦੇਣਦੇ, ਐ ਤੇ ਫਿਰ ਨਹੀਂ ਜਾਣ ਦਿੰਦੇ। ਮੇਰੇ ਕਹਿਣ ਦੀ ਹੀ ਦੇਰ ਸੀ ਕਿ ਅਸੀਂ ਸਾਰੇ ਫੌਜੀਆਂ ਦੇ ਹੁਕਮ ਤੇ ਲੰਮੇ ਪੈਣ ਵਾਂਗ ਝਟ ਕਤਾਰ ਦੀ ਕਤਾਰ 9 ਜਣੇ ਟਰੱਕ ਅੱਗੇ ਲੰਮੇ ਪੈ ਗਏ। ਮੇਰੇ ਨਾਲ ਕਪੂਰਥਲੇ ਜ਼ਿਲ੍ਹੇ ਦਾ ਪ੍ਰਧਾਨ ਤਾਂ ਮੇਰੇ ਹੀ ਅਹੁਦੇ ਦੇ ਬਰਾਬਰ ਸੀ, ਪਰ ਉਹ ਵਿਚਾਰਾ ਵੀ ਮੇਰੀ ਆਵਾਜ਼ ਨਾਲ ਹੀ ਲੰਮਾ ਪੈ ਗਿਆ। ਸਾਨੂੰ ਉਦੋਂ ਮਰਨ ਦਾ ਡਰ ਬਿਲਕੁਲ ਨਹੀਂ ਆਇਆ, ਪਰ ਹੈਰਾਨੀ ਇਹ ਹੋਈ ਜਦੋਂ ਐਸਪੀ ਬੇਦੀ ਨੇ ਮੇਰੇ ਲੰਮੇ ਪਏ ਕੋਲ ਆ ਕੇ ਨਿਉਂ ਕੇ ਮੇਰਾ ਹੱਥ ਫੜ ਕੇ ਉਤਾਂਹ ਨੂੰ ਖਿੱਚਿਆ ਤੇ ਫਿਰ ਮੈਨੂੰ ਜਾਂ ਫਿਰ ਪੂਰੀ ਮਝੈਲੀ ਬੋਲੀ, ਬੇਦੀ ਵੀ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦਾ ਹੈ, ਵਿੱਚ ਬੜੀ ਮਨਾਉਣ ਜਿਹੀ ਵਾਲੀ ਤਰਜ ਨਾਲ ਕਿਹਾ, ਪ੍ਰਧਾਨ ਜੀ ਕੀ ਕਰਨ ਡਏ ਜੇ, ਐਵੇਂ ਲੋਕਾਂ ਨੂੰ ਡਏ ਜੇ ਤਮਾਸ਼ਾ ਵਿਖਾਉਣ, ਗੱਲ ਮੂੰਹ ਨਾਲ ਕਰੀਦੀ ਹੈ ਕਿ ਐਵੇਂ ਇਸ ਤਰ੍ਹਾਂ ਭੌਂ ਤੇ ਲੰਮੇ ਪੈ ਜਾਈਦਾ, ਹੱਦ ਹੋ ਗਈ ਆ ਤੁਹਾਡੇ ਵਾਲੀ। ਬਈ ਬੰਦਾ ਥੋੜਾ ਜਿਹਾ ਧੀਰਜ ਤੇ ਰੱਖੇ, ਉਠੋ। ਉਹਨੇ ਮੇਰੀ ਬਾਂਹ ਜ਼ੋਰ ਨਾਲ ਉਤਾਂਹ ਨੂੰ ਖਿੱਚੀ ਤੇ ਮੈਂ ਉੱਠ ਪਿਆ, ਪਰ ਬੋਲਿਆ ਕੁਝ ਨਾ। ਫਿਰ ਉਹਨੇ ਆ ਵੀ ਆਖਿਆ ਆਪਾਂ ਇਸ ਤਰ੍ਹਾਂ ਕਰਦੇ ਹਾਂ ਭਈ ਐਸਐਸਪੀ ਸਾਹਿਬ ਕੋਲ ਚਲੇ ਜਾਂਦੇ ਆ, ਜਿਤਨਾ ਉਹ ਆਖਣਗੇ ਉਤਨਾ ਕਰ ਲਾਂਗੇ। ਮੈਨੂੰ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਾ ਲੱਗਾ ਤੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੇਰੇ ਨਾਲ ਦੇ ਵੀ ਉੱਠ ਕੇ ਬਹਿ ਗਏ। ਘਾਹ ਤੇ ਲੰਮੇ ਪੈਣ ਕਰਕੇ ਮਿੱਟੀ ਦੇ ਕੱਖ ਜਿਹੇ ਸਾਰਿਆਂ ਦੇ ਲੀੜਿਆਂ ਨੂੰ ਲੱਗ ਗਏ ਸਨ, ਪਰ ਕਿਸੇ ਨੇ ਉਧਰ ਧਿਆਨ ਨਾ ਦਿੱਤਾ। ਇਹੋ ਜਿਹੇ ਵੇਲੇ ਜਿੱਥੇ ਸਿਰ ਧੜ ਦੀਆਂ ਬਾਜ਼ੀਆਂ ਲੱਗੀਆਂ ਹੋਣ, ਲੀੜਿਆਂ ਨੂੰ ਕੌਣ ਪੁੱਛਦਾ ਹੈ। ਐਸਐਸਪੀ ਜਲੰਧਰ ਦੇ ਦਫ਼ਤਰ ਪਹਿਲਾਂ ਮਿਸਟਰ ਬੇਦੀ ਨੇ ਪੈਰ ਰੱਖਿਆ ਤੇ ਉਹਨਾਂ ਦੇ ਪਿੱਛੇ ਮੈਂ ਅੰਦਰ ਵੜਿਆ। ਐਸਐਸਪੀ ਕੁਝ ਲਿਖਣ ਵਿੱਚ ਰੁੱਝਾ ਹੋਇਆ ਸੀ। ਬੇਦੀ ਨੇ ਸਲੂਟ ਮਾਰਿਆ ਤਾਂ ਉਹਨਾਂ ਨੇ ਸਿਰ ਹਿਲਾ ਕੇ ਸਵੀਕਾਰ ਕੀਤਾ ਤੇ ਉਹਨਾਂ ਨਾਲ ਗੱਲ ਕਰਨ ਦੀ ਥਾਂ ਮੇਰੇ ਵੱਲ ਮੂੰਹ ਕਰਕੇ ਮੈਨੂੰ ਪੁੱਛਿਆ, ਆ ਗਏ ਉਹਨਾਂ ਦੀਆਂ ਡੈੱਡ ਬਾਡੀਜ਼ ਭਾਵੇਂ ਲਾਸ਼ਾਂ ਲੈਣ, ਇਸ ਮੁਢੀਰ ਨੂੰ ਕੁਝ ਸਮਝਾਓ, ਅੱਗੇ ਆਮ ਲੋਕਾਂ ਨੂੰ ਮਾਰਦੇ ਸੀ, ਹੁਣ ਸੰਤਾਂ ਮਹਾਤਮਾਵਾਂ ਵੱਲ ਵੀ ਹੋ ਗਏ ਹਨ। ਸੰਤ ਧਿਆਨ ਸਿੰਘ ਨੇ ਕੀ ਵਿਗਾੜਿਆ ਸੀ ਉਹਨਾਂ ਦਾ, ਤੇ ਨਾਲ ਹੀ ਮੈਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ। ਮੈਂ ਬੈਠ ਗਿਆ ਤੇ ਗੱਲਾਂ ਸਾਫ਼ ਕਰਕੇ ਕਿਹਾ, ਗੱਲ ਇਹ ਹੈ ਜੀ ਕਿ ਰਾਵਣ ਉੱਚ ਕੁਲ ਬ੍ਰਾਹਮਣ ਸੀ, 10 ਵੇਦਾਂ ਦਾ ਗਿਆਤਾ ਸੀ, ਸੋਨੇ ਦੀ ਉਹਦੀ ਲੰਕਾ ਸੀ, ਇੰਦਰ ਵਰਗੇ ਦੇਵਤੇ ਵੀ ਉਹਦੇ ਕੋਲੋਂ ਡਰਦੇ ਤੇ ਥਰ-ਥਰ ਕੰਬਦੇ ਸਨ। ਉਹ ਵੀ ਤਾਂ ਆਪਣੀ ਕਰਤੂਤ ਕਰਕੇ ਹੀ ਮਾਰਿਆ ਗਿਆ ਸੀ, ਇਹਦੇ ਸ਼ੈ ਹੀ ਕੋਈ ਨਹੀਂ ਸੀ। ਸੰਤ ਧਿਆਨ ਸਿੰਘ ਨੇ ਇਹੋ ਜਿਹਾ ਕੀ ਕੀਤਾ ਸੀ? ਸਕੂਲ ਚਲਾਉਂਦਾ ਸੀ, ਵਿਦਿਆ ਬਣਾਉਂਦਾ ਸੀ, ਹੋਰ ਉਹ ਵਿਚਾਰਾ ਕਿਸੇ ਨੂੰ ਕੀ ਕਹਿੰਦਾ ਸੀ? ਰਾਵਣ ਦੇ ਸਿਰਫ ਮਾਤਾ ਸੀਤਾ ਨੂੰ ਚੁੱਕ ਕੇ ਹੀ ਲੈ ਗਿਆ ਸੀ ਤੇ ਉਹਨਾਂ ਦੇ ਬਿਆਨਾਂ ਅਨੁਸਾਰ ਉਹਨੇ ਕੀਤਾ ਵੀ ਕੁਝ ਨਹੀਂ ਸੀ। ਸੀਤਾ ਨਾਲ ਮਾਤਾ ਮੈਂ ਜਾਣ ਕੇ ਲਾ ਦਿੱਤਾ ਤਾਂ ਕਿ ਗੱਲਬਾਤ ਵਿੱਚ ਦੋਹਾਂ ਹਿੰਦੂ ਅਫਸਰਾਂ ਨੂੰ ਮਿਰਚਾਂ ਜਰਾ ਘੱਟ ਲੜਨ ਤੇ ਮੈਂ ਆਪਣੀ ਗੱਲ ਪੂਰੀ ਕਹਿ ਸਕਾਂ। ਪਰ ਇਸ ਰਾਵਣ ਨੇ ਤਾਂ ਜਿਹੜੀ ਉਹਦੇ ਢਏ ਚੜ ਗਈ, ਲੱਗਦੇ ਵਾਹ ਛੱਡੀ ਕੋਈ ਨਹੀਂ। ਰਹੀ ਗੱਲ ਵਿਦਿਆ ਪੜ੍ਹਾਉਣ ਦੀ, ਤਾਂ ਵਿਦਿਆ ਉੱਥੇ ਘੱਟ ਪੜ੍ਹਾਈ ਜਾਂਦੀ ਸੀ ਤੇ ਬਦਫੈਲੀ ਜ਼ਿਆਦਾ ਹੁੰਦੀ ਸੀ। ਇਹੋ ਜਿਹੀ ਵਿਦਿਆ ਪੜ੍ਹਾਉਣ ਵਾਲੀ ਸੰਸਥਾ ਨੂੰ ਅੱਗ ਲਾਉਣੀ ਆ ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਹੀ ਮਹਿਫੂਜ਼ ਨਾ ਹੋਵੇ। ਮੈਂ ਇਹ ਸਭ ਕੁਝ ਕਹੀ ਗਿਆ ਤੇ ਐਸਐਸਪੀ ਸਭ ਕੁਝ ਧਿਆਨ ਨਾਲ ਸੁਣੀ ਗਿਆ। ਫਿਰ ਉਹਨਾਂ ਨੇ ਐਸਪੀ ਵੱਲ ਮੂੰਹ ਕਰਕੇ ਪੁੱਛਿਆ, ਇਹ ਧਿਆਨ ਸਿੰਘ ਕੋਈ ਮਾੜਾ ਬੰਦਾ ਸੀ? ਬੇਦੀ ਨੇ ਕਿਹਾ, ਮੇਰੇ ਤੇ ਸੁਣਨ ਵਿੱਚ ਕੋਈ ਗੱਲ ਨਹੀਂ ਆਈ। ਇਹਨਾਂ ਦੀ ਗੱਲ ਸੁਣ ਕੇ ਤੇ ਮੈਂ ਵੀ ਹੈਰਾਨ ਆ। ਮੈਂ ਪੁੱਛਿਆ, ਤੁਸੀਂ ਮਾੜਾ ਕਿਹਨੂੰ ਗਿਣਦੇ ਹੋ? ਜਿਹੜਾ ਲੋਕਾਂ ਨੂੰ ਧਮਕੀਆਂ ਭਰੀਆਂ ਚਿੱਠੀਆਂ ਲਿਖ ਕੇ ਫਿਰੌਤੀ ਵਸੂਲੇ, ਉਹ ਚੰਗੇ ਵਿੱਚ ਆਉਂਦਾ ਹੈ ਕਿ ਮਾੜੇ ਵਿੱਚ? ਐਸਐਸਪੀ ਨੇ ਕਿਹਾ, ਬਹੁਤ ਮਾੜੇ ਵਿੱਚ। ਮੈਂ ਕਿਹਾ, ਨੇੜੇ ਤੇੜੇ ਦੇ ਸਭ ਲੋਕਾਂ ਨੂੰ ਚਿੱਠੀਆਂ ਧਿਆਨਾ ਸਾਧ ਪਾਉਂਦਾ ਸੀ, ਇੱਕ ਵਿਚਾਰਾ ਦੇ ਚਿੱਠੀ ਪੜ ਕੇ ਹੀ ਮਰ ਗਿਆ ਸੀ। ਬਾਬੇ ਬਕਾਲੇ ਵਾਲੇ ਕੋਲੋਂ ਜਦੋਂ ਸਾਧ ਦੇ ਚੇਲੇ ਪੈਸੇ ਲੈ ਆਏ ਤਾਂ ਉਹ ਵਿਚਾਰਾ ਕੁਝ ਦਿਨਾਂ ਬਾਅਦ ਸਦਮੇ ਨਾਲ ਹੀ ਮਰ ਗਿਆ ਸੀ। ਤੁਹਾਡੀ ਕਰਤਾਰਪੁਰ ਵਾਲੀ ਪੁਲਿਸ ਉਹਦੇ ਨਾਲ ਰਲ ਕੇ ਚਲਦੀ ਸੀ।
ਇਹ ਝੂਠੀ ਸੱਚੀ ਮੁਖਬਰੀ ਕਰਦਾ ਸੀ, ਨਾਲੇ ਫਿਰੌਤੀ ਲੈ ਲੈਂਦਾ ਸੀ, ਨਾਲੇ ਪੁਲਿਸ ਕੋਲੋਂ ਦਬਕਾ ਮਰਵਾ ਦਿੰਦਾ ਸੀ। ਬਦਫੈਲੀ ਕਰਦਾ 20 ਪਿੰਡਾਂ ਦੀ ਪੰਚਾਇਤ ਨੇ ਸਿਰੋਂ ਫੜਿਆ ਸੀ। ਕਾਰ ਸੇਵਾ ਉਹਨੇ ਜੁੱਤੀ ਨਾਲ ਕੀਤੀ ਹੈ। ਬਦਮਾਸ਼ ਹਰ ਵੇਲੇ ਆਪਣੇ ਕੋਲ ਰੱਖਦਾ ਸੀ। ਦੋਵੇਂ ਅਫਸਰ ਬੜੇ ਹੈਰਾਨ ਹੋਏ। ਹੋ ਸਕਦਾ ਹੈ ਜਾਣ ਬੁੱਝ ਕੇ ਹੈਰਾਨ ਹੋਣ ਦੀ ਐਕਟਿੰਗ ਕਰਦੇ ਹੋਣ, ਪਰ SSP ਨੇ ਮੈਨੂੰ ਪੁੱਛਿਆ ਸਕੂਲ ਵਿੱਚ ਉਹ ਬਦਮਾਸ਼ੀ ਕਿਵੇਂ ਕਰਦਾ ਸੀ। ਮੈਂ ਕਿਹਾ SSP ਸਾਹਿਬ, ਤੁਸੀਂ ਜਲੰਧਰ ਦੀ ਪੁਲਿਸ ਦੇ ਮੁਖੀ ਹੋ ਤੇ ਮੈਂ ਇੱਕ ਵੱਡੀ ਸਿਆਸੀ ਪਾਰਟੀ ਦਾ ਮੁਖੀ ਹਾਂ। ਜਾਂ ਤੁਸੀਂ ਬੈਠੋ ਮੇਰੀ ਗੱਡੀ ਵਿੱਚ ਤੇ ਜਾਂ ਮੈਂ ਬਹਿਣਾ ਤੁਹਾਡੀ ਗੱਡੀ ਵਿੱਚ। ਆਪਾਂ ਚੱਲਦੇ ਹਾਂ ਧਿਆਨੇ ਵਾਲੇ ਸਕੂਲ ਵਿੱਚ। ਰਜਿਸਟਰ ਵਿੱਚ ਕੁਝ ਕੁੜੀਆਂ ਭਾਵ ਮਾਸਟਰਾਣੀਆਂ ਤਾਂ ਨੌਕਰੀ ਮਿਲਣ ਤੋਂ 5-6 ਦਿਨੇ ਹੀ ਨੌਕਰੀ ਛੱਡ ਗਈਆਂ। ਕਈਆਂ ਨੇ ਕੁਝ ਮਹੀਨੇ ਕੱਢੇ ਤੇ ਕਈ ਅਜੇ ਤੱਕ ਟਿਕੀਆਂ ਆਉਂਦੀਆਂ ਹਨ। ਉਹਨਾਂ ਸਾਰਿਆਂ ਨੂੰ ਇਕੱਲੀ ਨੂੰ ਪੁੱਛਿਓ ਭਈ ਬੀਬਾ, ਨੌਕਰੀ ਤੇ ਅੱਜ ਕੱਲ ਕਿਤੇ ਮਿਲਦੀ ਹੀ ਨਹੀਂ ਤੇ ਤੂੰ ਗੁੱਡੀ 6 ਦਿਨੀ ਹੀ ਆਪਣੀ ਨੌਕਰੀ ਕੋ ਛੱਡ ਆਈ ਹੈ। ਉਹ ਰੋ ਕੇ ਤੁਹਾਨੂੰ ਦੱਸੂਗੀ ਭਈ ਜਿਹੜਾ ਕੰਮ ਇਹ ਧਿਆਨਾ ਮੈਨੂੰ ਆਂਦਾ ਸੀ ਉਹ ਮੈਨੂੰ ਮਨਜ਼ੂਰ ਸੀ। ਜਿਹੜਾ ਕੰਮ ਇਹ ਧਿਆਨਾ ਮੈਨੂੰ ਆਂਦਾ ਸੀ ਉਹ ਮੈਨੂੰ ਮਨਜ਼ੂਰ ਨਹੀਂ ਸੀ। ਇਸ ਲਈ ਆਪਣੀ ਇੱਜ਼ਤ ਬਚਾਉਣ ਲਈ ਮੈਂ ਘਰ ਬਹਿ ਗਈ ਹਾਂ। ਕੁਝ ਮਹੀਨਿਆਂ ਵਾਲੀ ਦੱਸੂਗੀ ਬਈ ਮੈਂ ਔਖੀ ਸੌਖੀ ਹੋ ਕੇ ਨੱਪ ਘੁੱਟ ਕੇ ਜਿੰਨਾ ਕੁ ਚਿਰ ਕਲੰਕਤ ਹੋਏ ਬਗੈਰ ਤੋਂ ਕੱਢ ਸਕੀ ਕੱਢਿਆ ਤੇ ਹੁਣ ਪਾਣੀ ਸਿਰ ਤੋਂ ਟੱਪ ਗਿਆ ਸੀ। ਇਸ ਲਈ ਮੈਂ ਨੌਕਰੀ ਛੱਡ ਦਿੱਤੀ। ਕੀ ਕਰਦੀ ਹੋਰ? ਤੀਜੀ ਤਰ੍ਹਾਂ ਦੀਆਂ ਵਿੱਚ 2 ਤਰ੍ਹਾਂ ਦੀਆਂ ਕੁੜੀਆਂ ਹੋਣਗੀਆਂ। ਇੱਕ ਤੇ ਉਹ ਜਿਹੜੀਆਂ ਬਹੁਤ ਮਜਬੂਰ ਹਨ, ਪਤੀ ਬਿਮਾਰ ਹੈ, 4 ਬੱਚੇ ਹਨ, ਨੌਕਰੀ ਛੱਡਿਆਂ ਗੁਜ਼ਾਰਾ ਨਹੀਂ, ਵਿਚਾਰੀਆਂ ਮਰਦੀਆਂ ਅੱਕ ਚੱਬੀ ਜਾਂਦੀਆਂ ਹਨ। ਦੂਸਰੀਆਂ ਉਹ ਜਿਹੜੀਆਂ ਗਸ਼ਤੀਆਂ ਬਣ ਕੇ ਉਹਦੇ ਨਾਲ ਰਲ ਚੁੱਕੀਆਂ ਹਨ, ਸਗੋਂ ਉਹਦੇ ਇਸ਼ਾਰੇ ਤੇ ਚੱਲ ਕੇ ਹੋਰ ਵੀ ਕਈਆਂ ਨੂੰ ਖਰਾਬ ਕਰਦੀਆਂ ਹਨ। ਮੈਨੂੰ ਇੱਕ ਹੋਰ ਗੱਲ ਯਾਦ ਆਈ। ਮੈਂ ਕਿਹਾ ਤੁਸੀਂ ਅੱਜ ਤੱਕ ਕੋਈ ਐਸਾ ਸਕੂਲ ਵੇਖਿਆ ਹੈ ਜਿਹੜਾ ਹੋਵੇ ਤਾਂ ਮੁੰਡਿਆਂ ਦਾ ਪਰ ਮਾਸਟਰ ਉੱਥੇ ਇੱਕ ਵੀ ਨਾ ਹੋਵੇ ਤੇ PT ਮਾਸਟਰ ਵੀ ਇੱਕ ਮਾਸਟਰਾਣੀ ਹੀ ਹੋਵੇ? ਆਪਣੀ ਤਰ੍ਹਾਂ ਦਾ ਇਹ ਪਹਿਲਾ ਸਕੂਲ ਸੀ ਜਿਸ ਵਿੱਚ ਸਾਰੀਆਂ ਮਾਸਟਰਾਣੀਆਂ ਸਨ ਤੇ ਮਾਸਟਰ ਉੱਥੇ ਇੱਕ ਵੀ ਨਹੀਂ ਸੀ। ਕੁੜੀਆਂ ਦੇ ਸਕੂਲ ਵਿੱਚ ਵੀ ਇੱਕ ਅੱਧਾ ਸਾਇੰਸ ਜਾਂ ਹਿਸਾਬ ਆਦਿ ਦਾ ਮਾਸਟਰ ਹੁੰਦਾ ਹੈ, ਪਰ ਇੱਥੇ ਜਾਂ ਤਾਂ ਮਾਸਟਰਾਣੀਆਂ ਸਨ ਤੇ ਜਾਂ ਇਹ ਸਾਧ ਸੀ। ਮੇਰੀਆਂ ਗੱਲਾਂ ਨੂੰ ਸੁਣ ਕੇ SSP ਨੇ ਕਿਹਾ, ਬੇਦੀ ਸਾਹਿਬ, ਕੌੜਾ ਸਾਹਿਬ ਤਾਂ ਬੜੀਆਂ ਅਜੀਬ ਗੱਲਾਂ ਦੱਸ ਰਹੇ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ। ਬੇਦੀ ਸਾਹਿਬ ਤਾਂ ਚੁੱਪ ਰਹੇ। ਮੈਂ ਕਿਹਾ ਜੀ, ਉਹਦਾ ਇੱਕ ਭਰਾ ਵੀ ਪੁਲਿਸ ਵਿੱਚ ਥਾਣੇਦਾਰ ਹੈ। ਉਥੋਂ ਦੀ ਲੋਕਲ ਪੁਲਿਸ ਤਾਂ ਉਹਦੀ ਹਰ ਤਰ੍ਹਾਂ ਨਾਲ ਭਾਈਵਾਲ ਹੈ। ਜੇ ਭਾਈਵਾਲ ਨਾ ਹੁੰਦੀ ਤਾਂ ਜਦੋਂ ਫਿਰੌਤੀ ਦਾ ਏਡਾ ਰੌਲਾ ਪਿਆ ਸੀ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਾਰ ਬਾਬਾ ਉੱਤਮ ਸਿੰਘ ਕੋਲ ਵੀ ਗਏ ਸਨ ਤਾਂ ਕਰਤਾਰਪੁਰ ਦੀ ਪੁਲਿਸ ਨੂੰ ਪਤਾ ਕਿਉਂ ਨਾ ਲੱਗਾ? ਇਹ ਮੁੰਡੇ ਤਾਂ ਦੋਵੇਂ ਹੀਰੇ ਨਿਕਲੇ ਜਿਨ੍ਹਾਂ ਇਸ ਭੂਤਰੇ ਸਾਹ ਨੂੰ ਮਾਰ ਕੇ ਲੋਕਾਂ ਨੂੰ ਰਾਹਤ ਦਵਾਈ ਹੈ। ਨਹੀਂ ਤੇ ਪਤਾ ਨਹੀਂ ਕਿੰਨਿਆਂ ਨੂੰ ਜਾਂ ਕਿੰਨੀਆਂ ਕੁ ਸੀਤਾ ਵਿਚਾਰੀਆਂ ਨੂੰ ਇਹ ਰਾਵਣ ਖਰਾਬ ਕਰਦਾ। SSP ਸਾਹਿਬ ਨੇ ਬੇਦੀ ਨੂੰ ਕਿਹਾ, ਦੇ ਦਿਓ ਇਹਨਾਂ ਨੂੰ ਲਾਸ਼ਾਂ। ਫਿਰ ਮੈਨੂੰ ਕਹਿਣ ਲੱਗੇ, ਜਲਸੇ ਜਲੂਸ ਨਾ ਕੱਢਿਓ, ਜਾਂਦੇ ਹੀ ਸੰਸਕਾਰ ਕਰ ਦਿਓ। ਮੈਂ ਕਿਹਾ SSP ਸਾਹਿਬ, ਅਸੀਂ ਏਡੇ ਚਵਲ ਨਹੀਂ ਜਿਹੜੇ ਮੁਰਦਿਆਂ ਦਾ ਜਲੂਸ ਕੱਢਦੇ ਫਿਰਾਂਗੇ। ਅਸਾਂ ਕਦੇ ਸ਼ਹੀਦਾਂ ਦੇ ਜਲੂਸ ਨਹੀਂ ਕੱਢੇ। ਇਹੋ ਜਿਹੇ ਵੇਲੇ ਅਕਾਲ ਪੁਰਖ ਦਾ ਭਾਣਾ ਮੰਨਦੇ ਹਾਂ। ਇਸ ਗੱਲ ਤੋਂ ਤੁਸੀਂ ਬੇਫਿਕਰ ਰਹੋ। ਸਗੋਂ ਮੈਂ ਤਾਂ ਤੁਹਾਨੂੰ ਇਹ ਵੀ ਕਹਾਂਗਾ ਕਿ ਚਲੋ ਜੀਂਦੇ ਜੀ ਤੇ ਪੁਲਿਸ ਇਹਨਾਂ ਸੂਰਮਿਆਂ ਨੂੰ ਸਨਮਾਨਿਤ ਨਹੀਂ ਕਰ ਸਕੀ, ਹੁਣ ਮਰਨ ਉਪਰੰਤ ਹੀ ਇਹਨਾਂ ਨੂੰ ਪੁਲਿਸ ਦੀ ਟੁਕੜੀ ਕੋਲੋਂ ਸਲਾਮੀ ਦਵਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਤੇ ਲੱਗੇ ਭਾਈ ਕਰਤਾਰਪੁਰ ਵਿੱਚ ਅੱਜ ਇੱਕ ਹੋਰ ਰਾਵਣ ਮਾਰਿਆ ਗਿਆ ਹੈ। ਗੱਲ ਕਰਕੇ ਮੈਂ ਖਲੋਤਾ ਰਿਹਾ ਤੇ SSP ਸਾਹਿਬ ਸੋਚ ਵਿੱਚ ਡੁੱਬੇ ਰਹੇ। ਫਿਰ ਉਹਨਾਂ ਇੱਕਦਮ ਕਿਹਾ, ਬੇਦੀ ਸਾਹਿਬ, ਲੈ ਜਾਓ ਇਹਨਾਂ ਨੂੰ ਤੇ ਲਾਸ਼ਾਂ ਦੇ ਦਿਓ। ਫਿਰ ਥੋੜਾ ਜਿਹਾ ਮੁਸਕਰਾ ਕੇ ਬੋਲੇ, ਮੈਨੂੰ ਗੱਲਾਂ ਵਿੱਚ ਵੀ ਜਜ਼ਬਾਤੀ ਕਰ ਦੇਣ ਲੱਗੇ ਸੀ। ਮੈਂ ਕਿਹਾ ਜੀ, ਚਲੋ ਗੋਲੀਆਂ ਦੇ ਪੈਸੇ ਅਸੀਂ ਦੇ ਦਿਆਂਗੇ ਅਕਾਲੀ ਦਲ ਵੱਲੋਂ। ਤੁਹਾਡੇ ਇਸ ਫੈਸਲੇ ਨਾਲ ਪੂਰਾ ਇਲਾਕਾ ਕਰਤਾਰਪੁਰ ਤੁਹਾਡੀ ਪ੍ਰਸ਼ੰਸਾ ਕਰੇਗਾ। ਇਹ ਗੱਲ ਉਹਨਾਂ ਦਿਨਾਂ ਵਿੱਚ ਪੁਲਿਸ ਦੇ ਮੰਨਣਯੋਗ ਹੋ ਹੀ ਨਹੀਂ ਸੀ ਸਕਦੀ ਤੇ ਨਾ ਹੀ ਹੋਈ। ਹਸਪਤਾਲ ਆ ਕੇ ਮੈਂ ਆਪਣੇ ਸਾਥੀਆਂ ਨੂੰ ਕਿਹਾ,
ਕੋਈ ਗੱਡੀ ਮੰਗਵਾ ਕੇ ਇਹਨਾਂ ਹੀਰਿਆਂ ਦੇ ਸ਼ਰੀਰ ਇਹਨਾਂ ਦੇ ਪਿੰਡਾਂ ਵਿੱਚ ਪਹੁੰਚਾ ਦਿਓ। ਜਥੇਦਾਰ ਸਰੂਪ ਸਿੰਘ ਬਿਸ਼ਰਾਮਪੁਰ ਰੈੱਡ ਕਰਾਸ ਦੀ ਗੱਡੀ ਮੰਗਵਾਉਣ ਲੱਗੇ ਤਾਂ ਐਸਪੀ ਬੇਦੀ ਨੇ ਕਿਹਾ ਸਾਡੀ ਗੱਡੀ ਹੀ ਲੈ ਜਾਓ ਜਿਹਦੇ ਵਿੱਚ ਇਹ ਲਾਸ਼ਾਂ ਪਈਆਂ ਹਨ। ਠੰਡ ਢੰਡੌਲਾ ਵੇਖ ਕੇ ਬਹੁਤ ਸਾਰੇ ਹੋਰ ਲੋਕ ਖਾਸ ਕਰ ਸਿੱਖ ਵੀ ਗੱਡੀ ਕੋਲ ਆ ਚੁੱਕੇ ਸਨ। ਮੈਂ ਕਿਹਾ ਬੇਦੀ ਸਾਹਿਬ, ਇਹ ਕੌਮ ਦੇ ਹੀਰੇ ਹਨ, ਕੌਮ ਦੀ ਅਣਖ ਲਈ ਤੇ ਨੇਕ ਕੰਮ ਲਈ ਸ਼ਹੀਦ ਹੋਏ ਹਨ। ਇਹਨਾਂ ਨੂੰ ਅਸੀਂ ਆਪਣੀਆਂ ਗੱਡੀਆਂ ਦਾ ਪ੍ਰਬੰਧ ਕਰਕੇ ਭੇਜਾਂਗੇ। ਅਸੀਂ ਘਿਓ ਦੇ ਪੀਪੇ ਜਾਂ ਘਿਓ ਦੇ 2 ਪੀਪੇ ਸੰਸਕਾਰ ਕਰਨ ਲਈ ਮੰਗਵਾਏ ਤੇ ਸਾਡੇ ਬੰਦੇ ਜਾ ਕੇ ਨਵੀਆਂ ਨਕੋਰ ਚਾਦਰਾਂ ਲਾਸ਼ਾਂ ਉੱਪਰ ਪਾਉਣ ਲਈ ਲਿਆਏ ਤੇ ਸੈਂਟ ਦੀਆਂ 2 ਸ਼ੀਸ਼ੀਆਂ ਲਿਆ ਕੇ ਉੱਪਰ ਛਿੜਕ ਕੇ ਲਾਸ਼ਾਂ ਉਹਨਾਂ ਦੇ ਪਿੰਡ ਭੇਜੀਆਂ ਗਈਆਂ, ਕਿਉਂਕਿ ਗਰਮੀਆਂ ਦੇ ਦਿਨ ਹੋਣ ਕਰਕੇ ਲਾਸ਼ਾਂ ਕੁਝ ਖਰਾਬ ਹੋ ਗਈਆਂ ਸਨ। ਜਿੱਥੇ ਉਹਨਾਂ ਦੇ ਸੰਸਕਾਰ ਕੀਤੇ ਗਏ, ਇਸ ਸੰਤ ਦਾ ਇਖਲਾਕ ਵੀ ਪੜ੍ਹਨ ਵਾਲੇ ਧਿਆਨ ਵਿੱਚ ਰੱਖਣਾ। ਇਹ ਤਾਂ ਸਿਰਫ ਇੱਕ ਸੰਤ ਦੀ ਗੱਲ ਹੈ, ਪਰ 100 ਵਿੱਚੋਂ 90% ਸੰਤ ਇਸੇ ਤਰ੍ਹਾਂ ਦੇ ਹੀ ਹਨ। ਸਿਰਲੇਖ ਸਾਧ ਕਿਵੇਂ ਪੈਸਾ ਉਜਾੜਦੇ ਹਨ ਤੇ ਸੰਗਤਾਂ ਨਾਲ ਦੁਰਵਿਹਾਰ ਕਰਦੇ ਹਨ। संत का निंदक महा हत्यारा, संत का निंदक परमेश्वर मारा। साहिब श्री गुरु अर्जन देव जी द्वारा लिखिया सुखमनी साहिब दे इस शब्द का अज हर गली मुहल्ले विच बीबियां दे संगतां द्वारा पाठ करके आनंद माणिया जाता है। जदों सतगुरां ने बाणी उचारण कीती सी उदों किन्ने कुछ संत होणगे, बहुत ही घट संत होणगे ते होणगे भी बहुत ही जीवन वाले। वो जरूर ही निरभओ निर्वैर ते मनुखता दा भला सोचण वाले होणगे। उन्हां दे उच्चे सुच्चे जीवन नूं ध्यान विच रख के ही सतगुरां ने संतां साधां दी सिफत विच बाणी उचारी होवेगी। काम, क्रोध, लोभ, मोह, हंकार तो निर्लेप संत महात्मा सिख संगतां लई चानण मुरारे दा काम दिंदे होणगे। उन्हां दे उच्चे सुच्चे जीवन तो आम लोकां नूं ते सिख संगत नूं सोझी मिलदी होवेगी। संत महात्मा गुरबाणी अनुसार जीवन जिउंदे होणगे तां ही उन्हां ने सतगुरां दीआं खुशियां प्राप्त कीतीआं होणगीਆਂ। कि अज दा संत भी ਉਹੀ संत है जिस दी महिमा सुखमनी साहिब विच कीती गई है। साहिब श्री गुरु अर्जन देव जी वेले पूरे पंजाब विच 5, 10, 15 ਜਾਂ 20 संत होणगे, पर अज ਇਹ गिणती हज़ारां विच है। हर दूजे, तीजे, 5वें किलोमीटर ते हर दूजे, तीजे, 5वें किलोमीटर ते किसी ना किसी साध का डेरा है। मुट्ठी भर पंजाब जिहड़ा वाघे तो शुरू हुंदा है ते राजपुरे जाके खत्म हो जाता है। दे कुल 14,300 पिंडां विचे ही बेचराग पिंडां दी गिणती पा के, बेचराग पिंडां तो भाव है कि पटवारी दे कागजां विच जिन्हां पिंडां दे नां ते जमीन ਤਾਂ ਹੋਵੇ ਪਰ ਉਥੇ ਦੀਵਾ ਨਾ ਜਗਦਾ ਹੋਵੇ, ਅਰਥਾਤ ਉਸ ਪਿੰਡ ਦੀ ਕੋਈ ਆਬਾਦੀ ਨਾ ਹੋਵੇ। ਪੰਜਾਬ ਵਿੱਚ ਐਸੇ ਪਿੰਡ ਬਹੁਤ ਹਨ, ਵਿੱਚ ਕਈ ਹਜ਼ਾਰ ਸਾਧ ਹਨ। ਪੰਜਾਬੀ ਦੇ ਅਖਾਣ ਇੱਕ ਇੱਟ ਪੁੱਟੋ ਤਾਂ ਥੱਲਿਓਂ ਸਾਧ ਨਿਕਲਦਾ ਹੈ ਬੜਾ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ। ਅੱਜ ਇੱਕ ਇੱਟ ਪੁੱਟੋ ਤਾਂ ਥੱਲਿਓਂ 10 ਸਾਧ ਨਿਕਲਦੇ ਹਨ, ਸਗੋਂ ਹੋਰ 10 ਉਸੇ ਹੀ ਇੱਟ ਦੇ ਉੱਤੇ ਵੀ ਬੈਠੇ ਦਿਸਦੇ ਹਨ। ਪਾਕਿਸਤਾਨ ਬਣਨ ਤੋਂ ਬਾਅਦ ਤੇ ਖਾਸ ਤੌਰ ਤੇ ਪਿਛਲੇ 20 ਕੁ ਸਾਲਾਂ ਵਿੱਚ ਸਿੱਖ ਸਾਧਾਂ ਸੰਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇੰਨੀ ਤੇਜ਼ੀ ਨਾਲ ਇਸ ਵਾਧੇ ਦੇ ਕੀ ਕਾਰਨ ਹੋ ਸਕਦੇ ਹਨ, ਇਸ ਤੇ ਵੀ ਵਿਚਾਰ ਕਰਨੀ ਬਣਦੀ ਹੈ, ਪਰ ਇਹ ਵਿਚਾਰ ਵਾਦ ਵਿਵਾਦ ਨੂੰ ਜਨਮ ਦਿੰਦਾ ਹੈ। ਇਸ ਲਈ ਇਸ ਪਾਸੇ ਪੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ। ਇਹ ਤਾਂ ਹਰ ਕੋਈ ਮੰਨਦਾ ਹੈ ਕਿ ਸਾਧਾਂ ਦੇ ਹਜ਼ਾਰਾਂ ਡੇਰੇ ਬਣ ਚੁੱਕੇ ਹਨ ਤੇ ਬਹੁਤ ਹੀ ਤੇਜ਼ੀ ਨਾਲ ਹੋਰ ਬਣ ਰਹੇ ਹਨ। ਕਾਰ ਸੇਵਾ ਵਾਲੇ ਸਾਧਾਂ ਕੋਲ ਅੱਜ ਜਿੰਨੀਆਂ ਕਹੀਆਂ ਬਾਟੇ, ਮਿਕਸਚਰ ਮਸ਼ੀਨਾਂ, ਟਰੱਕ ਤੇ ਹੋਰ ਮਸ਼ੀਨਰੀ ਹੈ, ਉਨੀਆਂ ਪੰਜਾਬ ਸਰਕਾਰ ਦੇ ਮਹਿਕਮੇ PWD ਪਬਲਿਕ ਵਰਕਸ ਡਿਪਾਰਟਮੈਂਟ ਕੋਲ ਵੀ ਨਹੀਂ ਹਨ। ਜਦੋਂ ਵੀ ਕਿਤੇ ਸ਼੍ਰੋਮਣੀ ਕਮੇਟੀ ਨੇ ਕੋਈ ਨਵੀਂ ਇਮਾਰਤ ਬਣਾਉਣੀ ਹੋਵੇ, ਠੇਕੇਦਾਰਾਂ ਦੇ ਟੈਂਡਰ ਖੁੱਲ੍ਹਣ ਵਾਂਗ ਇਹਨਾਂ ਕਾਰ ਸੇਵਾ ਵਾਲਿਆਂ ਵਿੱਚ ਇੰਨਾ ਮੁਕਾਬਲਾ ਹੋ ਜਾਂਦਾ ਹੈ
ਜਿਸ ਦੀ ਕੋਈ ਹੱਦ ਨਹੀਂ। ਕਹਿੰਦੇ ਹਨ ਕਿ ਕੋਈ ਵੀ ਕਾਰ ਸੇਵਾ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅੱਛੀ ਖਾਸੀ ਰਕਮ ਦੇਣੀ ਪੈਂਦੀ ਹੈ। ਜਿਹੜਾ ਵੀ ਵੱਧ ਰਕਮ ਦੇਵੇ ਉਸੇ ਨੂੰ ਹੀ ਸੇਵਾ ਮਿਲਦੀ ਹੈ। ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਜੇ ਸੱਚਮੁੱਚ ਹੀ ਕਾਰ ਸੇਵਾ ਕਰਕੇ ਪੁੰਨ ਖੱਟਣਾ ਹੀ ਮਕਸਦ ਹੈ ਤੇ ਆਪਣਾ ਅੱਗਾ ਸਫਲ ਕਰਨਾ ਜਾਂ ਕਰਨ ਦੀ ਹੀ ਗੱਲ ਹੈ, ਤਾਂ ਫਿਰ ਮੁੱਲ ਸੇਵਾ ਲੈਣ ਦੀ ਕੀ ਲੋੜ ਹੈ? ਫਿਰ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਪੈਸੇ ਆਏ ਕਿੱਥੋਂ? ਕਿਉਂਕਿ ਸੰਤ ਕਿਸੇ ਖੰਡ ਮਿਲ ਜਾਂ ਕੱਪੜੇ ਦੀ ਮਿਲ ਦਾ ਮਾਲਕ ਤਾਂ ਹੁੰਦਾ ਨਹੀਂ। ਉਸ ਸੰਤ ਦਾ ਵੀ ਜਵਾਬ ਇਹੀ ਹੋਵੇਗਾ ਕਿ ਪੈਸਾ ਸੰਗਤਾਂ ਦਾ ਹੈ, ਮੈਂ ਤਾਂ ਗਰੀਬ ਆਦਮੀ ਹਾਂ ਤੇ ਗੁਰੂ ਘਰ ਦਾ ਅਦਨਾ ਜਿਹਾ ਸੇਵਕ ਹਾਂ। ਜਾਂ ਉਹ ਆਖੇਗਾ ਕੂਕਰ ਹਾਂ। ਉਸ ਨੂੰ ਇਹ ਵੀ ਸਵਾਲ ਕੀਤਾ ਜਾ ਸਕਦਾ ਹੈ ਕਿ ਜੇ ਪੈਸਾ ਸੰਗਤਾਂ ਦਾ ਹੈ ਤਾਂ ਤੂੰ ਇਸ ਨੂੰ ਖਰਚਣ ਦਾ ਮਾਮਾ ਲੱਗਦਾ ਹੈ। ਤੈਨੂੰ ਇਹ ਹੱਕ ਕਿਹਨੇ ਦਿੱਤਾ ਕਿ ਤੂੰ ਲੋਕਾਂ ਦੇ ਚੜਾਏ ਪੈਸੇ ਨਾਲ ਕਾਰ ਸੇਵਾ ਖਰੀਦੇ ਤੇ ਫਿਰ ਉਸ ਕਾਰ ਸੇਵਾ ਵਿੱਚੋਂ ਲੱਖਾਂ ਰੁਪਏ ਹੋਰ ਕਮਾਵੇਂ? ਅਵਲ ਤਾਂ ਦੋ ਡੇਰੇ ਨਹੀਂ, ਤਾਂ ਇੱਕ ਨਿੱਜੀ ਡੇਰਾ ਦਾ ਤੂੰ ਆਪਣਾ ਕਾਰ ਸੇਵਾ ਚਲਦੀ ਵਿੱਚ ਬਣਾਉਣਾ ਹੀ ਹੈ। ਫਿਰ ਕਾਰ ਸੇਵਾ ਦਾ ਕੰਮ ਤਾਂ ਸਾਲ ਡੇਢ ਸਾਲ ਜਾਂ ਹੱਦ 2 ਸਾਲ ਵਿੱਚ ਹੀ ਮੁੱਕਣ ਵਾਲਾ ਹੁੰਦਾ ਹੈ, ਪਰ ਇਹ ਦੁੱਧ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਵਾਂਗ ਇਸ ਨੂੰ ਵਧਾਈ ਜਾਂਦੇ ਹਨ ਤੇ 6-6 ਸਾਲ ਕੰਮ ਨੂੰ ਮੁੱਕਣ ਨਹੀਂ ਦਿੰਦੇ। ਜਦੋਂ ਡੇਰਾ ਹੋਰ ਬਣ ਜਾਵੇ, ਵੱਡੀ ਕਾਰ ਆ ਜਾਵੇ ਤੇ ਹੋਰ ਸਾਜੋ ਸਮਾਨ ਬਣ ਜਾਵੇ, ਫਿਰ ਵੀ ਸ਼੍ਰੋਮਣੀ ਕਮੇਟੀ ਨੂੰ ਬੜੇ ਜ਼ੋਰ ਨਾਲ ਹੀ ਕਾਰ ਸੇਵਾ ਵਾਲਾ ਥਾਂ ਖਾਲੀ ਕਰਾਉਣਾ ਪੈਂਦਾ ਹੈ। ਇਸੇ ਹੀ ਗੱਲ ਤੋਂ ਹੁਣ ਤੱਕ ਕਈਆਂ ਸਾਧਾਂ ਨਾਲ ਸ਼੍ਰੋਮਣੀ ਕਮੇਟੀ ਦਾ ਜੂਤ ਖੜਕ ਚੁੱਕਾ ਹੈ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਇੱਕ ਕਾਰ ਸੇਵਾ ਵਾਲੇ ਸਾਧ ਦੀ ਇੱਕ ਗੁਰਦੁਆਰੇ ਦੀ ਸੇਵਾ ਮੁੱਕਣ ਤੇ ਆਈ ਤਾਂ ਉਸ ਨੂੰ ਬੜਾ ਫਿਕਰ ਲੱਗਾ ਕਿ ਉਸ ਦੇ ਖਰੀਦੇ ਹੋਏ ਬਾਟੇ, ਕਹੀਆਂ, ਮਿਕਸਚਰ, ਮਸ਼ੀਨਾਂ ਤੇ ਹੋਰ ਸਮਾਨ ਦਾ ਹੁਣ ਕੀ ਹੋਵੇਗਾ। ਵਿੱਚੋਂ ਕਈਆਂ ਨੇ ਸੁਝਾਅ ਦਿੱਤਾ ਕਿ ਹੁਣ ਸਾਰੇ ਪੰਜਾਬ ਵਿੱਚ ਫਿਰ ਨਿਕਲੀਏ ਤੇ ਕਾਰ ਸੇਵਾ ਹੋਰ ਲੱਭੀਏ। ਬਸ ਇਸੇ ਤਰ੍ਹਾਂ ਹੀ ਠੇਕੇਦਾਰਾਂ ਵਾਂਗ ਇਹ ਇੱਕ ਧੰਦਾ ਬਣ ਜਾਂਦਾ ਹੈ ਤੇ ਫਿਰ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ। ਇਹਨਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਤੇ ਵਰਤੇ ਜਾਂਦੇ ਹੋਰ ਇਮਾਰਤੀ ਸਮਾਨ ਦਾ ਵੀ ਵਿਚਾਰ ਕਰਨਾ ਚਾਹੀਦਾ ਹੈ। ਇੰਜੀਨੀਅਰਾਂ ਨੇ ਕਿਹੜੇ ਕੰਮ ਲਈ ਸੀਮੈਂਟ ਕਿੰਨਾ, ਬਜਰੀ ਕਿੰਨੀ, ਰੇਤ ਕਿੰਨੀ, ਇਹ ਸਭ ਕਈ ਸਾਲ ਪੜ੍ਹਾਈ ਕਰਕੇ, ਕਈ ਕਿਤਾਬਾਂ ਪੜ੍ਹ ਕੇ, ਗਿਆਨ ਹਾਸਲ ਕਰਕੇ ਜਾਂ ਗਿਆਨ ਹਾਸਲ ਕੀਤਾ ਹੁੰਦਾ ਹੈ। ਪਰ ਕਰੋੜਾਂ ਰੁਪਇਆ ਦੇ ਪ੍ਰੋਜੈਕਟ ਬਣਾਉਣ ਵਾਲੇ ਸਾਧ ਅੰਗੂਠਾ ਛਾਪ ਹੁੰਦੇ ਹਨ, ਜਿਨ੍ਹਾਂ ਨੇ ਆਪਣੇ ਕਦੇ ਘਰ ਦਾ ਪੱਕਾ ਚੁੱਲ੍ਹਾ ਨਹੀਂ ਬਣਾਇਆ ਹੁੰਦਾ। ਉਹ 3 ਮੰਜ਼ਲੀਆਂ ਇਮਾਰਤਾਂ ਬਣਾਉਂਦੇ ਹਨ। ਭਵਨ ਉਸਾਰੀ ਦੇ ਅਸੂਲ ਅਨੁਸਾਰ ਸੀਮੈਂਟ, ਰੇਤ ਤੇ ਬਜਰੀ ਦਾ ਅਨੁਪਾਤ 1, 2 ਤੇ 3 ਤੋਂ ਵੱਧ ਹੋ ਹੀ ਨਹੀਂ ਸਕਦਾ। ਅਰਥਾਤ ਵੱਧ ਤੋਂ ਵੱਧ 1 ਹਿੱਸਾ ਸੀਮੈਂਟ, 2 ਹਿੱਸੇ ਰੇਤ ਤੇ 3 ਹਿੱਸੇ ਬਜਰੀ ਤੋਂ ਵੱਧ ਹੀ ਨਹੀਂ ਹੁੰਦਾ। ਇਹ ਅਨੁਪਾਤ ਮੱਕਿਓਂ ਪਰੇ ਉਜਾੜ ਵਾਲੀ ਗੱਲ ਹੈ। ਪਰ ਜਿਹੜਾ ਵੀ ਪ੍ਰੋਜੈਕਟ ਕਾਰ ਸੇਵਾ ਵਾਲੇ ਸਾਧ ਸ਼ੁਰੂ ਕਰਦੇ ਹਨ, ਆਪਣੀ ਹੀ ਮਰਜ਼ੀ ਨਾਲ ਕਰਵਾਉਂਦੇ ਹਨ। ਕਈ ਥਾਵਾਂ ਤੇ ਸੀਮੈਂਟ, ਬਜਰੀ ਤੇ ਰੇਤ ਬਰਾਬਰ ਦੇ, ਕਈ ਥਾਈਂ ਬੇਹਿਸਾਬ ਹੀ ਪਾਏ ਜਾਂਦੇ ਹਨ। ਮਸ਼ੀਨ ਚੱਲ ਰਹੀ ਹੁੰਦੀ ਹੈ। ਪਿੰਡਾਂ ਦੇ ਸੇਵਾ ਭਾਵ ਨਾਲ ਕੰਮ ਕਰਨ ਆਏ ਹੋਏ ਲੋਕ ਕਾਬੂ ਤੋਂ ਬਾਹਰ ਹੁੰਦੇ ਹਨ। ਜੇ ਬਜਰੀ ਸੁੱਟੀ ਗਏ ਤੇ ਕਈ ਬਾਟੇ ਬਜਰੀ ਸੁੱਟ ਦਿੱਤੀ, ਜੇ ਰੇਤ ਸੁੱਟਣ ਲੱਗੇ ਤੇ ਰੇਤ ਹੀ ਸੁੱਟੀ ਗਏ, ਤੇ ਇਸੇ ਤਰ੍ਹਾਂ ਹੀ ਜੇ ਸੀਮੈਂਟ ਨੂੰ ਟੱਕ ਚਾੜ ਲਿਆ ਤੇ ਸੀਮੈਂਟ ਹੀ ਸੁੱਟੀ ਜਾਂਦੇ ਹਨ। ਮਾਲੇ ਮੁਫਤ ਦਿਲੇ ਬੇਰਹਿਮ ਵਾਂਗ ਕਿਹੜਾ ਕਿਸੇ ਦੇ ਜੇਬ ਵਿੱਚੋਂ ਪੈਸਾ ਜਾਣਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਗੁਰਦੁਆਰਾ ਅਕਾਲਗੜ੍ਹ ਵਿੱਚ ਅਕਾਲੀ ਦਲ ਦੀ ਮੀਟਿੰਗ ਸੀ। ਮੀਟਿੰਗ ਅਜੇ ਸ਼ੁਰੂ ਹੀ ਨਹੀਂ ਸੀ ਹੋਈ ਕਿ ਠੇਕੇਦਾਰ ਸੁਰਜਣ ਸਿੰਘ ਹੋਰਾਂ ਦੇ ਦਫ਼ਤਰ ਬੈਠਿਆਂ ਇੱਕ ਕਾਰ ਸੇਵਾ ਵਾਲੇ ਸੰਤ ਦੀ ਉਸਤਤੀ ਸ਼ੁਰੂ ਹੋ ਗਈ। ਗੱਲ ਸੁਣਾਉਣ ਵਾਲੇ ਸੱਜਣ ਨੇ ਸੰਤਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਖਿਆ ਕਿ ਇੱਕ ਦਿਨ
ਬਾਬਾ ਜੀ ਆਪਣੇ ਧਿਆਨ ਭਜਨ ਬੰਦਗੀ ਵਿੱਚ ਮਗਨ ਸਨ ਕਿ ਸੇਵਾਦਾਰ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਸੇਵਾ ਕਰਨ ਵਾਲੀ ਸੰਗਤ ਦੇ ਤੇ ਕਈ ਟਰੱਕ ਆ ਗਏ ਹਨ ਤੇ ਲੈਂਟਰ ਪਾਉਣ ਦੀ ਵੀ ਪੂਰੀ ਤਿਆਰੀ ਵਗੈਰਾ ਹੋ ਚੁੱਕੀ ਹੈ, ਪਰ ਰੇਤ ਦੇ ਟਰੱਕ ਅਜੇ ਨਹੀਂ ਪਹੁੰਚੇ ਤੇ ਸ਼ਾਇਦ ਅੱਜ ਰੇਤ ਆਵੇ ਵੀ ਨਾ, ਕਿਉਂਕਿ ਮੀਂਹ ਪੈਣ ਕਰਕੇ ਦਰਿਆ ਵਿੱਚ ਪਾਣੀ ਚੜਿਆ ਹੋਇਆ ਹੈ ਤੇ ਰੇਤ ਦਾ ਭਰਿਆ ਟਰੱਕ ਬਾਹਰ ਨਹੀਂ ਨਿਕਲਦਾ। ਸੇਵਾਦਾਰ ਦੀ ਗੱਲ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਸੇਵਾਦਾਰ ਦੀ ਗੱਲ ਸੁਣ ਕੇ ਬਾਬਾ ਜੀ ਨੇ ਨੇਤਰ ਖੋਲੇ ਤੇ ਪੁੱਛਿਆ, ਬਜਰੀ ਤੇ ਸੀਮਿੰਟ ਕਿੰਨਾ ਕੁ ਹੈ? ਸੇਵਾਦਾਰ ਨੇ ਬੇਨਤੀ ਕੀਤੀ ਕਿ ਬਜਰੀ ਤਾਂ ਬੇਅਥਾਹ ਪਈ ਹੈ ਤੇ ਸੀਮਿੰਟ ਨਾਲ ਵੀ ਸਟੋਰ ਭਰਿਆ ਪਿਆ ਹੈ। ਸੋ ਇਸ ਭਾਗ ਲਈ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।